मुद्दा की है सरकार चाहती है ਅਸੀਂ 18000 ਕਰੋੜ ਦੀ ਬਜਾਏ 30000 ਕਰੋੜ ਕਰਜ਼ਾ ਲੈ ਲਈਏ। ਠੀਕ ਹੈ, ਮਤਲਬ ਆਪਣਾ ਕਰਜ਼ੇ ਦੀ ਲਿਮਟ ਵਧਾਉਣਾ ਚਾਹੁੰਦੇ ਆ। ਕਰਜ਼ੇ ਦੀ ਲਿਮਟ ਸਰਕਾਰ ਵਧਾਉਣਾ ਚਾਹੁੰਦੀ ਹੈ। ਸਰਕਾਰ ਲਈ ਜ਼ਰੂਰੀ ਤਾਂ ਇਹ ਹੈ ਵੀ ਇਹਨਾਂ ਦੀ ਜਿਹੜੀ ਫਸਲਾਂ ਦੀ ਇੰਸ਼ੋਰੈਂਸ ਹੋਵੇ ਜੀ, ਠੀਕ ਹੈ। ਤੁਹਾਡਾ ਡੈਰੀ ਪ੍ਰੋਡਕਟ ਹੈ ਜਿਹੜਾ ਉਹਨੂੰ ਤੁਸੀਂ ਪ੍ਰਫੁੱਲਤ ਕਰੋ। ਤੁਹਾਡੀ GDP ਦਾ 48% ਕਿਸਾਨੀ ਹੈ ਸਾਡੇ ਦੇਸ਼ ਦੀ ਜੀ। ਸਾਨੂੰ ਇਹਨੂੰ ਪ੍ਰਫੁੱਲਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਅਸੀਂ ਐਕਸਪੋਰਟਸ 'ਚ ਬਹੁਤ ਥੋੜੇ ਹਾਂ। ਹੁਣ ਮੰਨ ਲਓ ਮੈਂ ਇੱਕ ਕਿਸਾਨ ਹਾਂ, ਮੈਂ ਪਹਿਲਾਂ ਬਿੱਲ ਆਪਣੇ ਕੋਲੋਂ ਪੇ ਕਰਨਾ। ਮੈਂ ਮੰਨ ਲਓ ਮੇਰਾ ਮਹੀਨੇ ਦਾ 10,000 ਦਾ ਬਿਜਲੀ ਦਾ ਬਿੱਲ ਆਉਂਦਾ ਜਾਂ 5,000 ਬਿਜਲੀ ਦਾ ਬਿੱਲ ਆਉਂਦਾ। ਹੁਣ ਪ੍ਰੋਬਲਮ ਇਹ ਹੈ ਵੀ ਉਹ 10,000 ਮੈਂ ਕਿੱਥੋਂ ਦੇਣਾ ਤੇ ਮੇਰੇ ਕੋਲ ਕਦੋਂ ਵਾਪਸ ਆਊਗਾ। ਸਾਡੇ ਉੱਪਰ 2.5 ਲੱਖ ਕਰੋੜ ਦਾ ਪਹਿਲਾ ਕਰਜ਼ਾ ਜੀ, ਹਰ ਸਰਕਾਰ ਕਰਜ਼ਾ ਦੇ ਕੇ ਚਲੀ ਜਾਂਦੀ ਹੈ 30-40,000 ਕਰੋੜ। ਸਰਕਾਰ ਨੇ ਸੱਤਾ 'ਚ ਵਾਪਸ ਆਉਣਾ ਹੈ, ਉਹਦੇ ਲਈ ਹਰ ਤਰ੍ਹਾਂ ਦਾ ਹੱਥਕੰਡਾ ਇਹਨੂੰ ਪਰਵਾਉਣਾ ਪੈਣਾ। ਤੇ ਇਹ ਕਿਸਾਨਾਂ ਵਾਲਾ ਜਿਹੜਾ ਮੁੱਦਾ ਹੈਗਾ ਇਹ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕਿਆ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਤੇ ਪੰਜਾਬ ਕੈਬਨਿਟ ਦੇ ਵਿੱਚ ਚਰਚਾ ਹੁੰਦੀ ਹੈ ਕਿ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਲਾ ਦਿੱਤੇ ਜਾਣ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰ ਦਿੱਤਾ ਜਾਵੇ ਉਹਨਾਂ ਦੇ ਖਾਤਿਆਂ ਦੇ ਵਿੱਚ। ਤੇ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ, ਚਾਹੇ ਅਕਾਲੀ ਦਲ ਹੈ, ਚਾਹੇ ਆਪ ਹੈ, ਚਾਹੇ ਕਿਸਾਨ ਨੇ। ਇਸ ਦਾ ਵਿਰੋਧ ਹੋ ਰਿਹਾ ਹੈ। ਇਸੇ ਤੇ ਚਰਚਾ ਕਰਾਂਗੇ ਕਿ ਆਖਿਰ ਕਾਰਨ ਕੀ ਨੇ ਕਿ ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਗੱਲ ਹੋ ਰਹੀ ਹੈ, ਕਿਸਾਨਾਂ ਦੇ ਬਿੱਲਾਂ ਦੀ ਗੱਲ ਹੋਣ ਲੱਗੀ ਹੈ, ਕੇਂਦਰ ਸਰਕਾਰ ਤੋਂ ਹੋਰ ਉਧਾਰ ਲੈਣ ਦੀ ਗੱਲ ਹੋਣ ਲੱਗੀ ਹੈ। ਇਹ ਸਾਰਾ ਮਸਲਾ ਕੀ ਹੈ? ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਮੌਜੂਦ ਨੇ। ਰਾਜਦੀਪ ਜੀ, ਕੈਬਨਿਟ ਦੀ ਮੀਟਿੰਗ ਹੋਈ ਜਿਸ ਤੋਂ ਬਾਅਦ ਅਕਾਲੀ ਦਲ ਵੀ, ਆਮ ਆਦਮੀ ਪਾਰਟੀ, ਕਿਸਾਨ ਵੀ, ਇਹ ਸਾਰੇ ਇੱਕ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਇਹ ਦੱਸੋ ਕਿ ਕੈਬਨਿਟ ਦੇ ਵਿੱਚ ਚਰਚਾ ਕੀ ਹੋਈ ਹੈ, ਕੀ ਕੀਤਾ ਜਾ ਰਿਹਾ ਹੈ, ਕੀ ਕਿਹਾ ਜਾ ਰਿਹਾ ਸਰਕਾਰ ਦੇ ਵੱਲੋਂ? ਦੇਖੋ, ਸਰਕਾਰ ਲਈ ਜਿਹੜੀ ਤਾਂ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਤਾ ਵੀ ਅਸੀਂ ਸਬਸਿਡੀ ਨਹੀਂ ਬੰਦ ਕਰ ਰਹੇ ਜੀ। ਅੱਜ ਉਹਨਾਂ ਦੇ ਇੱਕ ਮੰਤਰੀ ਬਾਜਵਾ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਨਹੀਂ ਕਰ ਰਹੇ ਜੀ। ਸਰਕਾਰ ਲਈ ਬੜੀ ਮਤਲਬ ਪ੍ਰੋਬਲਮ ਖੜੀ ਹੋ ਗਈ ਹੈ। ਅਸੀਂ ਕਹਿ ਸਕਦੇ ਮੁਸੀਬਤ ਦਾ ਇਹ ਵਿਸ਼ਾ ਬਣ ਚੁੱਕਿਆ ਹੈਗਾ। ਕਿਉਂਕਿ ਜਿੰਨੀਆਂ ਕਿਸਾਨ ਯੂਨੀਅਨ ਨੇ ਉਹ ਇਹ ਗੱਲ ਕਹਿ ਰਹੀਆਂ ਨੇ ਵੀ ਅਸੀਂ ਇਹ ਹੋਣ ਨਹੀਂ ਦੇਣਾ ਹੈਗਾ। ਤੇ ਸਰਕਾਰ ਲਈ ਦੁਵਿਧਾ ਇਸ ਲਈ ਬਣ ਗਈ ਕਿ ਸਰਕਾਰ ਨੇ ਜਿਹੜੀ ਆਪਣੀ ਲੋਨ ਲਿਮਿਟ ਹੈ 3% ਤੋਂ ਟੋਟਲ GDP ਦਾ 3% ਅਸੀਂ ਲੋਨ ਲੈ ਸਕਦੀ ਹੈ। ਕੋਈ ਵੀ ਸਾਡੇ ਸੂਬੇ ਦੀ 5.5 ਲੱਖ ਕਰੋੜ ਦੀ GDP ਹੈਗੀ ਹੈ ਜੀ। ਤੇ ਅਸੀਂ ਉਹਦਾ 3% ਸਾਡਾ ਬਣਦਾ 18 ਕਰੋੜ। ਜੇ ਅਸੀਂ 30 ਕਰੋੜ ਲੋਨ ਲੈਣਾ ਹੈਗਾ ਤਾਂ ਸਾਨੂੰ ਸਰਕਾਰ ਨੇ ਸ਼ਰਤ ਰੱਖਤੀ, ਕੇਂਦਰ ਸਰਕਾਰ ਨੇ, ਵੀ ਤੁਸੀਂ ਆਪਣੀ ਡਾਇਰੈਕਟ ਟ੍ਰਾਂਸਫਰ ਕਰੋ ਬੈਨੀਫਿਟ ਜਿਹੜਾ ਦੇਣਾ ਹੈ, ਡਾਇਰੈਕਟ ਬੈਨੀਫਿਟ DBT ਸਕੀਮ ਲਾਗੂ ਕਰੋ ਸੂਬੇ ਦੇ ਵਿੱਚ। ਕਿਉਂਕਿ ਇਹ ਜੋ ਰਿਕਮੈਂਡ ਕੀਤਾ ਗਵਰਨਮੈਂਟ ਆਫ ਇੰਡੀਆ ਤੇ ਰਿਜ਼ਰਵ ਬੈਂਕ ਨੇ ਵੀ ਰਿਕਮੈਂਡ ਕੀਤਾ ਹੈ ਤੇ ਵਰਲਡ ਬੈਂਕ ਵੱਲੋਂ ਵੀ ਮਤਲਬ 18000 ਕਰੋੜ ਸਾਨੂੰ ਹੁਣ ਮਿਲਦਾ ਹੈ। ਹੁਣ ਮੁੱਦਾ ਕੀ ਹੈ? ਸਰਕਾਰ ਚਾਹੁੰਦੀ ਹੈ ਅਸੀਂ 18000 ਕਰੋੜ ਦੀ ਬਜਾਏ 30000 ਕਰੋੜ ਕਰਜ਼ਾ ਲੈ ਲਈਏ। ਠੀਕ ਹੈ, ਮਤਲਬ ਆਪਣਾ ਕਰਜ਼ੇ ਦੀ ਲਿਮਟ ਵਧਾਉਣਾ ਚਾਹੁੰਦੇ ਆ। ਕਰਜ਼ੇ ਦੀ ਲਿਮਟ ਸਰਕਾਰ ਵਧਾਉਣਾ ਚਾਹੁੰਦੀ ਹੈ। ਠੀਕ ਹੈ, ਪਰ ਇਹ ਸਰਕਾਰ ਲਈ ਕਰਜ਼ਾ ਲੈਣਾ ਕਿਉਂ ਜ਼ਰੂਰੀ ਹੈ? ਕਿਉਂਕਿ ਇਧਰੋਂ ਮਹਾਮਾਰੀ ਦੀ ਮਾਰ ਪੈ ਗਈ ਸਰਕਾਰ ਨੂੰ, ਜਿਹੜੀ ਆਰਥਿਕਤਾ ਸੂਬੇ ਦੀ ਹੈ ਉਹ ਡਾਵਾਂਡੋਲ ਹੋ ਗਈ ਹੈ। ਠੀਕ ਹੈ, ਤੇ ਅਗਲਾ ਸਾਲ ਹੈਗਾ ਇਲੈਕਸ਼ਨਸ ਦਾ ਸਾਰਾ। ਤੇ ਸਰਕਾਰ ਦੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਅਸੀਂ ਕਰਜ਼ਾ ਲੈ ਕੇ ਵੱਧ ਤੋਂ ਵੱਧ ਡਿਵੈਲਪਮੈਂਟ ਕਰ ਦਈਏ। ਹੁਣ ਮੁੱਦਾ ਇਹ ਹੈ ਵੀ ਇੱਕ ਆਰਥਿਕ ਬੋਝ ਲੋਕਾਂ ਨੂੰ, ਚਾਹੇ ਸਰਕਾਰ ਆਉਂਦੀ ਹੈ ਜਾਂ ਨਹੀਂ ਆਉਂਦੀ ਹੈਗੀ, ਤਾਂ ਇੱਕ ਨਵਾਂ ਆਰਥਿਕ ਬੋਝ 30,000 ਕਰੋੜ ਸਰਕਾਰ ਦੇ ਲੋਕਾਂ ਦੇ ਉੱਪਰ ਉਹ ਵਾਧੂ ਜਿਹੜਾ ਮੈਂ ਕਹਿੰਦਾ ਬਹੁਤ ਕਰਜ਼ਾ। ਸਾਡੇ ਉੱਪਰ 2.5 ਲੱਖ ਕਰੋੜ ਦਾ ਪਹਿਲਾ ਕਰਜ਼ਾ ਜੀ, ਹਰ ਸਰਕਾਰ ਕਰਜ਼ਾ ਦੇ ਕੇ ਚਲੀ ਜਾਂਦੀ ਹੈ 30-40,000 ਕਰੋੜ ਦਾ। ਤੇ ਹੁਣ ਆਪਣੀ ਕਾਂਗਰਸ ਸਰਕਾਰ ਵੀ ਇਹੀ ਪਲੈਨਿੰਗ ਦੇ ਵਿੱਚ ਹੈਗੀ ਹੈ, ਇਹੀ ਉਹਨਾਂ ਦੀ ਵਿਉਂਤ ਹੈਗੀ ਹੈ ਕਿ ਵੱਧ ਤੋਂ ਵੱਧ ਕਰਜ਼ਾ ਲੈ ਕੇ ਡਿਵੈਲਪਮੈਂਟ ਕਰੀਏ। ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਕੇਂਦਰ ਸਰਕਾਰ ਕਿਉਂ ਸ਼ਰਤਾਂ ਲਾ ਰਹੀ ਹੈ ਇਹ ਕਿ ਤੁਸੀਂ ਬਿਜਲੀ ਦੇ ਬਿੱਲ ਲਾ ਦਿਓ ਜਾਂ ਪ੍ਰਾਪਰਟੀ ਟੈਕਸ ਜਾਂ ਰਾਸ਼ਨ ਕਾਰਡ ਰਾਸ਼ਨ ਕਾਰਡ ਵਾਲੀ ਸਕੀਮ ਲਾਗੂ ਕਰ ਦਿਓ। ਸ਼ਰਤਾਂ ਕਿਉਂ? ਦੇਖੋ, ਇੱਕ ਇਹੀ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਦਾ ਹਿਡਨ ਏਜੰਡਾ ਹੈ ਕੇਂਦਰ ਸਰਕਾਰ ਦਾ, ਜੋ ਵਿਰੋਧੀ ਇਲਜ਼ਾਮ ਲਾ ਰਹੀ ਹੈ। ਤੇ ਇਹ ਆਪਣੇ ਵਰਲਡ ਬੈਂਕ ਦੀਆਂ ਵੀ ਕੋਈ ਗਾਈਡਲਾਈਨਸ ਹੈਗੀਆਂ ਨੇ, ਸਰਕਾਰ ਨੂੰ ਫੋਲੋ ਕਰਨੀਆਂ ਪੈਂਦੀਆਂ ਨੇ। ਇਹਦੇ ਵਿੱਚ ਅਕਾਊਂਟੇਬਿਲਿਟੀ ਹੋ ਜੂ ਸਾਰੀ, ਕਿਹੜਾ ਕਿਸਾਨ ਕਿੰਨੀ ਕੋਈ ਮੀਟਰ ਲੱਗ ਜਾਣੇ, ਮੀਟਰ ਲੱਗਣ ਨਾਲ ਸਾਰੀ ਯੂਨਿਟਾਂ ਪਤਾ ਲੱਗ ਜਾਣਾ, ਕਿੰਨੀ ਯੂਨਿਟਸ ਹਰੇਕ ਬੰਦਾ ਕੰਜ਼ਿਊਮ ਕਰ ਰਿਹਾ ਹੈਗਾ ਤੇ ਕਿੰਨੀ ਯੂਨਿਟਾਂ ਵਰਤ ਰਿਹਾ ਬੰਦਾ। ਤੇ ਸਰਕਾਰ ਹਰ ਚੀਜ਼ ਟਰਾਂਸਪੇਰੈਂਟ ਹੋ ਜੂਗੀ। ਹੁਣ ਜਿਹੜਾ ਕਿਸਾਨਾਂ ਦਾ ਮੁੱਦਾ ਇਹ ਹੈਗਾ, ਕਿਸਾਨਾਂ ਨੂੰ ਪਤਾ ਇਹ ਜੋ ਜਿਸ ਚੀਜ਼ ਦਾ ਖਦਸ਼ਾ ਹੈਗਾ ਅਸੀਂ ਕਹਿ ਰਹੇ ਹਾਂ। ਹੁਣ ਦੇਖੋ, ਪਹਿਲਾਂ ਸਿਲੰਡਰ ਦੀ ਸਬਸਿਡੀ ਹੁੰਦੀ ਸੀਗੀ, ਪਹਿਲਾਂ ਇਹਨੇ ਕਹਿਤਾ ਵੀ ਤੁਹਾਡੇ ਅਕਾਊਂਟ 'ਚ ਆਇਆ ਕਰੂਗੀ। ਪਹਿਲਾਂ ਅਕਾਊਂਟ 'ਚ ਆਈ ਸਬਸਿਡੀ, ਪਹਿਲਾਂ ਮੰਨ ਲਓ ਜਿਹੜੇ 150 ਰੁਪਏ 160 ਰੁਪਏ ਸਬਸਿਡੀ ਆਉਂਦੀ ਸੀ, ਹੌਲੀ ਇਹਨੇ ਕੀਤਾ ਹੁਣ ਸਬਸਿਡੀ ਬੰਦ ਕਰਤੀ ਸਿਲੰਡਰ ਦੇਣੀ। ਤੇ ਹੁਣ ਤੁਹਾਡਾ ਤੁਸੀਂ ਜਿੰਨੇ ਦਾ ਸਿਲੰਡਰ ਉਨੇ ਪੈਸੇ ਦੇਣੇ ਹੈਗੇ, ਸਬਸਿਡੀ ਸਰਕਾਰ ਨੇ ਬੰਦ ਕਰਤੀ ਹੈ। ਵੀ ਹੌਲੀ ਹੌਲੀ ਸਰਕਾਰ ਕੀ ਨੀਤੀ ਚੇਂਜ ਕਰ ਦਿੰਦੀ ਹੈ ਆਉਣ ਵਾਲੇ ਭਵਿੱਖ ਦੇ ਵਿੱਚ, ਤੇ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਮਤਲਬ ਜਿਹੜੇ ਹੁਣ ਸਕੀਮ ਇਹ ਹੈ ਸ਼ਾਇਦ ਬਈ ਮਤਲਬ ਜਿੰਨਾ ਬਿੱਲ ਆ ਗਿਆ ਪਹਿਲਾਂ ਤਾਂ ਮੀਟਰ ਲਾਉਂਗੇ, ਫਿਰ ਬਿੱਲ ਲਾਉਂਗੇ, ਫਿਰ ਵਾਪਸ ਭੇਜਾਂਗੇ। ਵੱਡੀ ਪ੍ਰੋਬਲਮ ਇਹਦੇ 'ਚ ਇਹ ਹੈ ਕਿ ਸਪੋਜ਼ ਮੈਂ ਇੱਕ ਕਿਸਾਨ, ਪੰਜਾਬ ਦੇ ਵਿੱਚ 14 ਲੱਖ ਆਪਣੇ ਜਿਹੜੇ ਟਿਊਬਵੈਲ ਕਨੈਕਸ਼ਨਸ ਹੈਗੇ ਪੰਜਾਬ ਦੇ ਵਿੱਚ, ਤੇ 26 ਲੱਖ ਕਿਸਾਨ ਪਰਿਵਾਰ ਹੈ ਪੰਜਾਬ ਦੇ ਵਿੱਚ। ਹੁਣ ਮੰਨ ਲਓ ਮੈਂ ਇੱਕ ਕਿਸਾਨ ਹਾਂ, ਮੈਂ ਪਹਿਲਾਂ ਬਿੱਲ ਆਪਣੇ ਕੋਲੋਂ ਪੇ ਕਰਨਾ। ਮੈਂ ਮੰਨ ਲਓ ਮੇਰਾ ਮਹੀਨੇ ਦਾ 10,000 ਦਾ ਬਿਜਲੀ ਦਾ ਬਿੱਲ ਆਉਂਦਾ ਜਾਂ 5,000 ਬਿਜਲੀ ਦਾ ਬਿੱਲ ਆਉਂਦਾ।
ਹੁਣ ਪ੍ਰੋਬਲਮ ਇਹ ਹੈ ਵੀ ਉਹ 10,000 ਮੈਂ ਕਿੱਥੋਂ ਦੇਣਾ ਤੇ ਮੇਰੇ ਕੋਲ ਕਦੋਂ ਵਾਪਸ ਆਊਗਾ। ਠੀਕ ਹੈ। ਅੱਜ ਤੱਕ ਕਿਉਂਕਿ ਸਰਕਾਰ ਦੀ ਜੋ ਭੂਮਿਕਾ ਰਹੀ ਹੈ PSPCL ਦੇ ਨਾਲ ਹਮੇਸ਼ਾ ਇਹ ਆਪਸ ਦੇ ਵਿੱਚ ਇੱਕ ਡਿਸਪਿਊਟ ਰਿਹਾ ਹੈਗਾ ਵੀ ਸਾਡਾ ਸਰਕਾਰ ਨੇ ਸਾਡਾ ਪੈਸਾ ਨਹੀਂ ਦਿੱਤਾ ਸਬਸਿਡੀਆਂ ਵਾਲਾ। ਹੁਣ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਤੇ ਹੈਗੀ ਹੈ ਆਪਣੀ ਸਬਸਿਡੀ ਸਰਕਾਰ ਦੇ ਰਹੀ ਹੈ ਉਹ 6,000 ਕਰੋੜ ਦੀ ਹੈ। 1623 ਕਰੋੜ ਦੀ ਸਰਕਾਰ ਦੇ ਰਹੀ ਹੈ SCBC ਜਿਹੜੇ ਫ੍ਰੀ ਬਿਜਲੀ ਦਿੰਦੇ ਆ ਤੇ ਬਾਕੀ 1999 ਕਰੋੜ ਦੀ ਜਿਹੜੀ ਹੈਗੀ ਸਬਸਿਡੀ ਹੈਗੀ ਹੈ ਸਰਕਾਰ ਦੀ ਸਾਲ ਦੀ ਉਹ ਇੰਡਸਟਰੀ ਨੂੰ ਦਿੱਤੀ ਜਾਂਦੀ ਹੈ। ਠੀਕ ਹੈ, ਵੱਖ-ਵੱਖ ਵਰਗਾਂ ਨੂੰ ਹੈ ਮਤਲਬ ਹਰੇਕ 3 ਭਾਗਾਂ 'ਚ ਵੰਡੀ ਗਈ ਸਬਸਿਡੀ ਇਹਨਾਂ ਨੇ ਤੇ ਉਹਦੇ 'ਚ ਹੁਣ ਪ੍ਰੋਬਲਮ ਇਹ ਹੈ ਵੀ ਸਰਕਾਰ PSPCL ਦਾ ਪੈਸਾ ਨਹੀਂ ਦੇ ਰਹੀ। ਰੈਗੂਲੇਟਰੀ ਜਿਹੜਾ ਬੋਰਡ ਹੈਗਾ ਇਹਨਾਂ ਦਾ ਇਲੈਕਟ੍ਰਿਸਿਟੀ ਬੋਰਡ ਦਾ ਹਰ ਵਾਰ ਉੱਤੇ ਕੇਸ ਲੱਗਦਾ ਤੇ ਉਹ ਸਰਕਾਰ ਨੂੰ ਧਮਕਾਉਂਦਾ ਹੈ ਵੀ ਸਾਡਾ ਪੈਸਾ ਦਿਓ ਤਾਂ ਸਰਕਾਰ ਪੈਸਾ ਦਿੰਦੀ ਹੈ। ਮਤਲਬ ਘਾਟੇ 'ਚ ਆ PSPCL, ਘਾਟੇ 'ਚ ਹੈਗੀ ਹੈ। ਹੁਣ ਕਿਸਾਨਾਂ ਦਾ ਪੈਸਾ ਵਾਪਸ ਕਿਵੇਂ ਜਾਊਗਾ ਇਹ ਬੜਾ ਵੱਡਾ ਕੁਐਸਚਨ ਮਾਰਕ ਹੈ ਕਿ ਅੱਛਾ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਇੰਨੇ ਟਿਊਬਵੈਲ ਵੀ ਨਹੀਂ ਸੀ ਹੁੰਦੇ, ਪਾਣੀ ਵੀ ਇੰਨੇ ਡੂੰਘੇ ਨਹੀਂ ਸੀ, ਪਾਵਰਾਂ ਵੀ ਵਧ ਗਈਆਂ ਜਿਹੜੀਆਂ ਮੋਟਰਾਂ ਦੀਆਂ ਬਹੁਤ ਵੱਡੇ ਪੱਧਰ ਤੇ ਸ਼ਾਇਦ ਮੋਟਰ ਵਧੀਆ ਪਾਣੀ ਜਿਹੜਾ ਪੱਧਰ ਸੀ ਨੀਵਾਂ ਹੋ ਗਿਆ। ਪਹਿਲਾਂ 5 ਹਾਰਸ ਪਾਵਰ ਦੀ ਮੋਟਰ ਹੁੰਦੀ ਸੀਗੀ 10 ਦੀ ਉਹ 15 ਦੀ ਹੋ ਗਈ। ਹੁਣ ਜਿੰਨੀ ਹਾਰਸ ਪਾਵਰ ਦੀ ਤਾਕਤ ਵਧੀ ਜਾਊਗੀ ਮੋਟਰ ਦੀ ਉਨੀ ਬਿਜਲੀ ਦੀ ਕੰਜ਼ੰਪਸ਼ਨ ਵਧੀ ਜਾਣੀ ਹੈ। ਮਤਲਬ ਬਿੱਲ ਬਹੁਤ ਵੱਡੇ ਆਉਣ ਦਾ ਖਦਸ਼ਾ ਹੈਗਾ ਜੇਕਰ ਆਉਣਗੇ। ਤੁਹਾਡੀ ਅਕਾਊਂਟੇਬਿਲਟੀ ਹੋਣੀ ਹੈ। ਕੱਲ ਸਰਕਾਰ ਕਹਿ ਦਿੰਦੀ ਹੈ 2 ਸਾਲ 3 ਸਾਲ ਮਤਲਬ ਬੰਦ ਕਰ ਦਿੰਦੀ ਹੈ ਤੇ ਕਿਸਾਨਾਂ ਲਈ ਕੀ ਰਾਹ ਹੈਗਾ ਹੋਰ। ਮਤਲਬ ਸੌਖਾ ਹੋ ਗਿਆ ਜੇ ਮੀਟਰ ਲੱਗੇ ਹੋਣਗੇ ਬਿੱਲ ਜਦੋਂ ਮਰਜ਼ੀ ਲਾ ਦਿਓ ਕਦੋਂ ਇਸੇ ਟਾਈਮ ਉਹਨੂੰ ਸਵਿਚ ਆਨ ਕਰ ਦਿਓ ਆਫ ਕਰ ਦਿਓ ਸਰਕਾਰ ਦੇ ਹੱਥ ਕੰਟਰੋਲ ਆ ਜਾਊਗਾ। ਪਰ ਵਿਰੋਧ ਤਾਂ ਬਹੁਤ ਵੱਡਾ ਨਾ। ਇਹ ਕਦੋਂ ਤੋਂ ਸ਼ੁਰੂ ਹੋਈ ਸਬਸਿਡੀ ਜਦੋਂ ਅਸੀਂ ਗੱਲ ਕਰਦੇ 1997 ਚ ਜਿਹੜੇ ਸਰਕਾਰ ਆਈ ਆ ਅਕਾਲੀ ਦਲ ਬਾਦਲ ਦੀ ਇਹਨਾਂ ਨੇ ਪਹਿਲਾ ਏਜੰਡਾ ਆਪਣਾ ਜਿਹੜਾ ਮੈਨੀਫੈਸਟੋ ਵਿੱਚ ਪਹਿਲਾ ਏਜੰਡਾ ਇਹ ਰੱਖਿਆ ਸੀ ਅਸੀਂ ਕਿਸਾਨਾਂ ਦੀ ਬਿਜਲੀ ਮੁਫਤ ਕਰਾਂਗੇ ਤੇ 1997 ਚ ਇਹਨਾਂ ਨੇ ਸ਼ੁਰੂ ਕੀਤੀ। 2002 ਚ ਜਦ ਵਾਪਸ ਸਰਕਾਰ ਆਈ ਆਪਣੇ ਕੈਪਟਨ ਸਾਹਿਬ ਸਰਕਾਰ ਆਈ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਬਿਜਲੀ ਦੇ ਬਿੱਲ ਬੰਦ ਕਰ ਦਈਏ ਸਬਸਿਡੀ ਬੰਦ ਕਰ ਦਈਏ ਪਰ ਕੋਸ਼ਿਸ਼ ਨਾਕਾਮ ਰਹੀ ਕਿਉਂਕਿ ਜਿੰਨੀਆਂ ਕਿਸਾਨ ਯੂਨੀਅਨਾਂ ਸੀਗੀਆਂ ਸਾਰੀਆਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ ਤੇ ਸਰਕਾਰ ਦਾ ਉਹਨੇ ਡਟ ਕੇ ਵਿਰੋਧ ਕੀਤਾ ਤੇ ਸਰਕਾਰ ਨੂੰ ਉਸ ਵਿਰੋਧ ਅੱਗੇ ਝੁਕਣਾ ਪਿਆ ਸੀ। ਮਤਲਬ ਹੁਣ ਵੀ ਇੰਨਾ ਸੌਖਾ ਨਹੀਂ ਹੈਗਾ ਜੇ DBT ਸਕੀਮ ਜਿਹੜੀ ਗੱਲ ਹੋ ਰਹੀ ਹੈ ਕਿ ਲਾਗੂ ਹੋ ਜਾਵੇ ਜਾਂ ਵੈਸੇ ਤਾਂ ਜਿਵੇਂ ਕੈਪਟਨ ਸਾਹਿਬ ਨੇ ਕਹਿਤਾ ਕਿ ਮੁਫਤ ਬਿਜਲੀ ਜਾਰੀ ਰਹੂਗੀ ਪਰ ਉਹ ਜਿਹੜਾ DBT ਵਾਲਾ ਸਿਸਟਮ ਹੈ ਉਹ ਲਾਗੂ ਹੋਊਗਾ ਨਹੀਂ ਹੋਊਗਾ। ਪਿੱਛੇ ਜੇ ਪਾਇਲਟ ਪ੍ਰੋਜੈਕਟ ਵੀ ਲਾਏ ਗਏ ਨੇ ਕਈ ਜਗ੍ਹਾ ਪਹਿਲਾਂ ਪਾਇਲਟ ਪ੍ਰੋਜੈਕਟ ਲਾਏ ਗਏ ਸੀ ਉਹ ਚ ਕੋਈ ਕਿਸਾਨ ਨੇ ਇੰਟਰਸਟ ਨਹੀਂ ਦਿਖਾਇਆ ਹੈਗਾ ਤੇ ਉਹ ਡਿਫੰਟ ਹੋ ਗਿਆ ਸਾਰਾ ਸਿਸਟਮ ਜੇ ਫੇਲ ਹੋ ਗਿਆ ਬੁਰੀ ਤਰ੍ਹਾਂ ਉਹ ਤੇ ਹੁਣ ਵੀ ਦੇਖੋ ਇਹ ਸਿਸਟਮ ਸਰਕਾਰ ਨੂੰ ਲਾਗੂ ਕਰਨਾ ਹੀ ਪੈਣਾ ਜੀ ਚਾਹੇ ਕਿਸਾਨ ਜਥੇਬੰਦੀਆਂ ਵਿਰੋਧ ਕਰਨ ਤੇ ਇਹ ਹੈ ਵੀ ਸਰਕਾਰ ਨੇ ਅਗਲੇ ਸਾਲ ਇਲੈਕਸ਼ਨ ਨੇ ਤੇ ਸਰਕਾਰ ਲਈ ਪ੍ਰਾਇੋਰਟੀ ਇਹ ਰਹੂਗੀ ਪਹਿਲਾਂ ਕਿਸਾਨਾਂ ਦਾ ਪੈਸਾ ਦੇਈਏ। ਇਹ ਉਸ ਤੋਂ ਬਾਅਦ ਦੀ ਪ੍ਰੋਬਲਮ ਹੈ ਕਿਸਾਨਾਂ ਲਈ ਪਰ ਅੱਜ ਮੈਂ 2022 ਤੋਂ ਬਾਅਦ ਦੀ ਪ੍ਰੋਬਲਮ ਮੈਂ ਮੰਨਦਾ ਹੈਗਾ ਜੋ ਆਊਗੀ ਕਿਸਾਨਾਂ ਨੂੰ ਇਸ ਚੀਜ਼ ਹਲੇ ਸਾਲ 1.5 ਸਾਲ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕਿਉਂਕਿ ਇਸ ਜਿਹੜਾ ਵੋਟ ਬੈਂਕ ਆ ਕਿਸਾਨਾਂ ਦਾ ਵੋਟ ਬੈਂਕ ਆ ਇਹਨੂੰ ਨਾਰਾਜ਼ ਕਰੂਗੀ। ਤ੍ਰਿਪਤ ਰਜਿੰਦਰ ਬਾਜਵਾ ਹੋਰੀ ਅੱਜ ਕਹਿ ਰਹੇ ਸੀਗੇ ਕਿ ਅਸੀਂ ਸੜਕਾਂ ਬਣਾਈਏ ਨਾ ਬਣਾਈਏ ਗਲੀਆਂ ਬਣਾਈਏ ਨਾ ਬਣਾਈਏ ਮਤਲਬ ਟੇਕ ਸਿਰਫ ਉਹੀ ਜਿਹੜਾ ਉਧਾਰ ਲੈਣਾ ਪੈਸਾ ਉਹਦੇ ਪਰ ਇਹਦਾ ਮਤਲਬ ਇਹ ਵੀ ਗੱਲ ਹੋਈ ਨਾਲ ਵੀ ਤਾਂ ਹੀ ਜੇ ਉਹ ਅਸੀਂ ਲਿਮਿਟ ਵਧਾਵਾਂਗੇ ਉਹ ਪੈਸਾ ਆਊਗਾ ਫੇਰ ਇਹ ਵਿਕਾਸ ਹੋਊਗਾ ਤੇ ਹੁਣ ਇਹ ਲੋਕਾਂ ਨੂੰ ਇਹ ਵੀ ਕਹਿ ਸਕਦੇ ਨੇ ਕਿ ਉਧਰੋਂ ਪੈਸਾ ਅਸੀਂ ਵਧਾਇਆ ਨਹੀਂ ਹੈਗਾ ਤੇ ਹੁਣ ਅਸੀਂ ਵਿਕਾਸ ਨਹੀਂ ਕਰ ਸਕਦੇ। ਸੂਬਾ ਕਿੱਧਰ ਨੂੰ ਜਾ ਰਿਹਾ ਹੈ ਕਿੰਨਾ ਕਰਜ਼ੇ ਡੁੱਬ ਰਿਹਾ ਹੈਗਾ ਕਿਸ ਤਰ੍ਹਾਂ ਦੇ ਮਤਲਬ ਹਾਲਾਤ ਹੋ ਰਹੇ ਆਰਥਿਕ ਹਾਲਾਤ ਸੂਬੇ ਦੇ ਹੋ ਰਹੇ ਹੈਗੇ ਨੇ ਜੀ ਚਾਹੇ ਮਾਲੀ ਹਾਲਤ ਸੂਬੇ ਦੀ ਡੁੱਬ ਰਹੀ ਹੈ ਸਰਕਾਰ ਨੇ ਸੱਤਾ ਜਾਣਾ ਕਿਸ ਤਰ੍ਹਾਂ ਉਹਦੀ ਜੋ ਮਰਜ਼ੀ ਕੀਮਤ ਚੁਕਾਉਣੀ ਪਵੇ ਸਰਕਾਰ ਨੂੰ ਅੱਜ ਤੱਕ ਹਿੰਦੁਸਤਾਨ 'ਚ ਹੀ ਰਿਹਾ ਸਾਡੇ ਦੇਸ਼ ਦੇ ਵਿੱਚ ਹੁਣ ਉਹ ਸਰਕਾਰ ਚੁਕਾਉਣ ਨੂੰ ਤਿਆਰ ਹੈ ਕਿਉਂਕਿ ਅਮਰੀਕਾ ਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ। ਅਮਰੀਕਾ ਦੇ ਵਿੱਚ ਸਬਸਿਡੀ ਦੇਣ ਦਾ ਮੰਤਵ ਇਹ ਹੁੰਦਾ ਹੈ ਵੀ ਕਿਸੇ ਵੀ ਧੰਦੇ ਨੂੰ ਹੋਰ ਸਹਿਯੋਗ ਦੇਣਾ ਲਾਹੇਵੰਦ ਨਾ ਹੋਵੇ ਜੀ ਲਾਹੇਵੰਦ ਹੋਵੇ ਤਾਂ ਵੀ ਉਹਨੂੰ ਵਿਕਸਿਤ ਕਰਨ ਲਈ ਸਰਕਾਰ ਸਬਸਿਡੀ ਦਿੰਦੀ ਹੈ। ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਹੈ ਸਭ ਤੋਂ ਵੱਧ ਜਿਹੜੀ ਖੇਤੀਬਾੜੀ ਹੁੰਦੀ ਹੈਗੀ ਹੈ ਵੱਡਾ ਸੂਬਾ ਅਮਰੀਕਾ ਦਾ ਤੇ ਪਰ ਸਾਡੇ ਇਹ ਹੈ ਵੀ ਸਾਡੀ ਗਰੀਬੀ ਤੌਰ ਤੇ ਦਿੱਤੀ ਜਾਂਦੀ ਹੈ ਜੀ ਤੇ ਸਰਕਾਰ ਨੂੰ ਗਰੀਬੀ ਤੌਰ ਦਿੱਤੀ ਜਾਂਦੀ ਹੈ ਕਿਸਾਨਾਂ ਲਈ ਇਹ ਇੱਕ ਜ਼ਰੂਰੀ ਚੀਜ਼ ਬਣ ਚੁੱਕੀ ਹੈ ਸਬਸਿਡੀ ਹੁਣ ਹਟਾਉਣਾ ਬੜਾ ਔਖਾ ਬਹੁਤ ਮੁਸ਼ਕਲ ਹੈ ਕਿਉਂਕਿ ਵੋਟ ਬੈਂਕ ਕਿਸਾਨੀ ਦਾ ਸਾਡੇ ਸੂਬੇ ਜ਼ਿਆਦਾਤਰ ਤੇ ਸਰਕਾਰ ਲਈ ਵੋਟ ਬੈਂਕ ਕਦੇ ਆਪਣਾ ਵੋਟ ਬੈਂਕ ਸਰਕਾਰ ਨਹੀਂ ਗਵਾਊਗੀ ਤੇ ਸਰਕਾਰ ਨੂੰ ਇਹ ਦੇਖੋ ਕੇਂਦਰ ਸਰਕਾਰ ਦੀ ਮੰਨਣੀ ਪੈਣੀ ਹੈ ਜੋ ਇਹਨਾਂ ਨੇ ਇਹ ਕਿਹਾ ਹੈ ਵੀ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਦੀ ਜਿਹਨੇ ਕਹੀ ਹੈ GDSP ਤੇ GDP ਜਿਹੜੀ ਹੈਗੀ ਆ ਜਿਹੜੀ ਇਹ ਇਹਨਾਂ ਨੇ ਬਣਾਈ ਹੈ ਵੀ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਜਿਹੜਾ ਹੈਗਾ ਬੇਸਿਕਲੀ ਇਹ ਸਾਰੇ ਦੇਸ਼ ਦੀ ਜੋ ਇਕਨੋਮੀ ਹੁੰਦੀ ਆ ਉਹਨੂੰ ਅਸੀਂ GDP ਗਿਣ ਲੈਂਦੇ ਹਾਂ ਇਹ ਸੂਬੇ ਦੀ ਇਕਨੋਮੀ ਹੁੰਦੀ ਹੈ ਉਹਨੂੰ ਅਸੀਂ ਇਹਦੇ ਤੌਰ ਤੇ ਗਿਣਦੇ ਹਾਂ ਜੀ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਦੇ ਤੌਰ ਤੇ ਗਿਣਦੇ ਆ। ਇਹ 'ਚ 3 ਵਰਗ ਆਉਂਦੇ ਆ ਸਰਵਿਸ ਇੱਕ ਤਾਂ ਆਉਂਦੀ ਹੈ ਕਿਸਾਨੀ ਆਉਂਦੀ ਹੈ ਇਹਦੇ ਵਿੱਚ ਇੱਕ ਇਹਦੇ ਵਿੱਚ ਆਉਂਦੀ ਹੈ ਸਰਵਿਸਿਜ਼ ਜੋ ਅਸੀਂ ਦਿੰਦੇ ਆ ਤੇ ਇਹਦੇ ਉਦਯੋਗ ਆਉਂਦਾ ਹੈਗਾ ਉਹ ਤਿੰਨਾਂ ਦੀ ਜੋ ਇਨਕਮ ਖਰਚ ਮਿਲਾ ਕੇ ਜੋ ਸੂਬਾ ਕਰਦਾ ਹੈ 5.5 ਲੱਖ ਕਰੋੜ ਦੀ ਮਤਲਬ ਸਾਡੀ GDP ਹੈ ਸੂਬੇ ਦੀ ਜੀ 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 ਤੇ ਉਹਦੇ ਹਿਸਾਬ ਨਾਲ ਅਸੀਂ ਲੋਨ ਲੈ ਰਹੇ ਹਾਂ ਮਤਲਬ ਉਹ ਸਰਕਾਰ ਨੂੰ ਕਰਨੀ ਹੀ ਪੈਣੀ ਹੈ ਸਰਕਾਰ ਦੀ ਮਜਬੂਰੀ ਹੈ ਤੇ ਸਰਕਾਰ ਦੂਜੇ ਪਾਸੇ ਫਸ ਰਹੀ ਹੈ। ਅੱਛਾ ਇੱਕ ਪਿੱਛੇ ਜੇ ਹੋਇਆ ਅੱਜ ਵੀ ਚਰਚਾ ਹੋ ਰਹੀ ਹੈ ਉਸ ਗੱਲ ਦੀ ਕਿ ਪ੍ਰਣਬ ਮੁਖਰਜੀ ਜਦੋਂ
ਦੇਸ਼ ਦੇ ਵਿੱਤ ਮੰਤਰੀ ਸਨ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਸਨ ਤੇ ਅਕਾਲੀ ਦਲ ਦੀ ਉਦੋਂ ਸਰਕਾਰ ਸੀਗੀ 2007 ਵਾਲੇ ਜਦੋਂ ਟਨਿਓਰ ਸੀਗਾ ਤੇ ਉਦੋਂ ਵੀ ਇਹ ਰੌਲਾ ਪਿਆ ਸਬਸਿਡੀਆਂ ਦਾ। ਫਿਰ ਮਨਪ੍ਰੀਤ ਸਿੰਘ ਬਾਦਲ ਨੂੰ ਬਾਹਰ ਹੋਣਾ ਪਿਆ, ਉਦੋਂ ਵੀ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ। ਉਦੋਂ ਵੀ ਸ਼ਾਇਦ ਸਬਸਿਡੀਆਂ ਦੀ ਗੱਲ ਹੋ ਰਹੀ ਸੀਗੀ। ਸਬਸਿਡੀ ਦਾ ਅੰਦਰੂਨੀ ਖਾਤੇ ਤਾਂ ਸਰਕਾਰ ਵਿਰੋਧ ਕਰਦੀ ਹੈ। ਸਰਕਾਰ ਤੇ ਇੱਕ ਬਹੁਤ ਵੱਡਾ ਬਰਡਨ ਹੈ, ਸਰਕਾਰ ਇਹ ਮੰਨਦੀ ਹੈਗੀ ਹੈ। ਪਰ ਹੁਣ ਜੋ ਇੱਕ ਸ਼ੁਰੂਆਤ ਹੋ ਚੁੱਕੀ ਹੈ ਉਹਨੂੰ ਰੋਕਣਾ ਤੇ ਜਿਨ੍ਹਾਂ ਨੂੰ ਮਿਲ ਰਹੀ ਹੈ ਉਹ ਸਭ ਤੋਂ ਵੱਡਾ ਵੋਟ ਬੈਂਕ ਹੁਣ ਉਹਨਾਂ ਨੇ ਇਹ ਡਿਸੀਜਨ ਦੇਣਾ ਵੀ ਸਰਕਾਰ ਕਿਹਦੀ ਪਾਉਣੀ ਹੈ, ਕਿਹੜੀ ਸੱਤਾਧਾਰੀ ਪਾਰਟੀ ਸੂਬੇ 'ਚ ਰਾਜ ਕਰੂਗੀ, ਤਾਂ ਇਹਨੂੰ ਰੋਕਣਾ ਮੁਸ਼ਕਲ ਹੈ। ਕਹਿਣ ਦੀ ਮਰਜ਼ੀ ਕਹੀ ਜਾਣ ਜੀ, ਪਰ ਹੁਣ ਜਾਂ ਤਾਂ ਫਿਰ ਦੋ ਚੀਜ਼ਾਂ ਚੋਂ ਇੱਕ ਚੀਜ਼ ਚੁਣਨੀ ਪਊਗੀ, ਜਾਂ ਤਾਂ ਫਿਰ ਜਿਹੜੀ ਲਿਮਟ ਆ ਉਹ ਵਧੇਗੀ, ਜਿਹੜਾ 12,000 ਕਰੋੜ ਦੀ ਹੋਰ ਗੱਲ ਲਿਮਟ ਸਰਕਾਰ ਵਧਾਏਗੀ ਫਿਰ ਉਹਦੇ ਲਈ ਇਹ ਨਵਾਂ ਜਿਹੜਾ ਸਿਸਟਮ ਹੈ ਲਾਗੂ ਹੋਏਗਾ। ਪਰ ਪਹਿਲੇ ਇਹਦੀ ਪ੍ਰੋਬਲਮ ਅੱਜ ਦੀ ਨਹੀਂ ਹੈ, ਇਹਦੀ ਪ੍ਰੋਬਲਮ ਹੋਗੀ 2022 ਤੋਂ ਬਾਅਦ ਜਾ ਕੇ ਜੀ। ਹੁਣ ਤਾਂ ਸਰਕਾਰ ਨੂੰ ਪਤਾ ਵੀ ਅਗਲੇ ਸਾਲ ਇਲੈਕਸ਼ਨ ਨੇ, ਸਰਕਾਰ ਐਡਵਾਂਸ ਪੈਸਾ ਦੇ ਦਊਗੀ ਕਿਸੇ ਹੋਰ ਪਾਸੇ ਰੋਕ ਕੇ। ਪ੍ਰੋਬਲਮ ਆਉਂਦੀ ਹੈ 2022 ਤੋਂ ਬਾਅਦ, ਜੋ ਕਿਸਾਨਾਂ ਨੂੰ ਵੀ ਦੇਖੀ ਖਦਸ਼ਾ ਹੈਗਾ ਵੀ ਇਹ ਬਾਅਦ ਚ ਭਵਿੱਖ ਚ ਕੀ ਹੋਊਗਾ। ਦੇਖੋ ਸਬਸਿਡੀ ਜਿਹਨੇ ਕਰੇ ਦਿੱਤਾ, ਸਬਸਿਡੀ ਤੁਹਾਨੂੰ ਆਉਂਦੀ ਨਹੀਂ ਗੀ, ਇਹਨੇ ਸਵਿਚ ਆਫ ਕਰਤਾ ਇੱਕੋਦਮ। 1 ਮਹੀਨੇ ਤੋਂ ਕਿਸੇ ਨੇ ਵਿਰੋਧ ਕੀਤਾ, ਪਤਾ ਲੱਗਿਆ ਕਿਸੇ ਨੂੰ ਕੀ ਪਤਾ ਨਹੀਂ ਲੱਗਾ ਫਿਰ, ਕਿਉਂਕਿ ਉਹ ਜਿਹੜੇ 4-4 5-5 ਰੁਪਏ ਕੰਟਰੋਲ ਹੈ ਕਿਸਾਨ ਸਰਕਾਰ ਦੇ ਹੱਥ ਨਹੀਂ ਦੇਣਾ ਚਾਹੁੰਦੇ ਆਪਣਾ। ਉਹ ਨਹੀਂ ਚਾਹੁੰਦੇ ਸਾਨੂੰ ਸਰਕਾਰ ਨੂੰ ਪਤਾ ਲੱਗੇ ਕਿੰਨੀ ਅਸੀਂ ਬਿਜਲੀ ਫੂਕ ਰਹੇ ਹਾਂ ਜਾਂ ਅਸੀਂ ਕਿਸ ਤਰ੍ਹਾਂ ਇਹਦੀ ਕੰਜ਼ੰਪਸ਼ਨ ਕਰ ਰਹੇ ਹੈਗੇ ਆ। ਉਹ ਆਪਣਾ ਰਿਮੋਟ ਕੰਟਰੋਲ ਕਿਸੇ ਤਰ੍ਹਾਂ ਦਾ ਵੀ, ਆਰਥਿਕ ਰਿਮੋਟ ਕੰਟਰੋਲ ਵੀ ਤੇ ਕੰਜ਼ੰਪਸ਼ਨ ਦਾ ਵੀ ਉਹ ਸਰਕਾਰ ਦੇ ਹੱਥ ਨਹੀਂ ਦੇਣਾ ਚਾਹੁੰਦੇ ਹੈਗੇ। ਅੱਛਾ, ਪਿੱਛੇ ਜੇ ਸੀਗਾ ਕਿ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਹੜਾ ਪੈਟਰੋਲ ਡੀਜ਼ਲ ਹੈ ਉਹਨਾਂ ਦੇ ਰੇਟ ਵੱਧ ਗਏ ਤੇ ਜਿਹੜਾ ਗੈਸ ਸਿਲੰਡਰ ਇਹਦੇ ਚੋਂ ਵੀ ਹੁਣ ਸਬਸਿਡੀ ਖਤਮ ਹੋ ਗਈ ਤੇ ਰਹਿੰਦੀ ਖੁੰਦੀ ਸਿਰਫ ਜੇ ਕਿਸਾਨਾਂ ਨੂੰ ਰਾਹਤ ਹੈ ਤਾਂ ਆਹ ਬਿਜਲੀ ਵਾਲੀ ਹੈ, ਕਿਉਂਕਿ ਡੀਜ਼ਲ ਤਾਂ ਸਾਡੇ ਖੇਤੀ ਵਾਲੇ ਸੈਕਟਰ ਨੂੰ ਵੀ ਉਹੀ ਰੇਟ ਮਿਲਦਾ ਜੋ ਕਮਰਸ਼ੀਅਲ ਮਿਲ ਰਿਹਾ। ਨਹੀਂ ਦੇਖੋ, ਡੀਜ਼ਲ ਤਾਂ ਹੁਣ ਉਹ ਸਬਸਿਡੀ ਨਹੀਂ ਦੇ ਸਕਦੀ ਸਰਕਾਰ। ਡੀਜ਼ਲ ਤਾਂ ਇਹਦੀ ਮੇਨ ਇਨਕਮ ਹੈਗੀ ਸਰਕਾਰ ਦੀ। ਕਈ ਦੇਸ਼ਾਂ 'ਚ ਹੈ ਨਾ ਕਿ ਡੀਜ਼ਲ ਤੇ ਜਿਹੜੇ ਖੇਤੀ ਵਾਲੇ ਸੈਕਟਰ ਦੇ ਵਿੱਚ ਆਰਥਿਕਤਾ ਡਿਫਰੈਂਟ ਹੈ ਜੀ। ਅਸੀਂ ਅਮਰੀਕਾ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ ਆਪਣੇ ਦੇਸ਼ ਦਾ, ਤੇ ਅਸੀਂ ਆਪਣੇ ਦੇਸ਼ ਦਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰ ਸਕਦੇ ਹਾਂ, ਸ਼੍ਰੀਲੰਕਾ ਨਾਲ ਕਰ ਸਕਦੇ ਹਾਂ, ਬੰਗਲਾਦੇਸ਼ ਨਾਲ ਕਰ ਸਕਦੇ ਹਾਂ, ਤਾਇਵਾਨ ਨਾਲ ਕਰ ਸਕਦੇ। ਇਹਨਾਂ ਮੁਲਕਾਂ ਨਾਲ ਅਸੀਂ ਆਪਣੇ ਦੇਸ਼ ਦਾ ਆਪਸ 'ਚ ਕੰਪੈਰੀਜ਼ਨ ਕਰ ਸਕਦੇ ਹੈਗੇ ਹਾਂ। ਤੇ ਅਸੀਂ ਅਮਰੀਕਾ ਨਾਲ ਕਿਵੇਂ ਕੰਪੈਰੀਜ਼ਨ ਕਰ ਲਾਂਗੇ? ਉੱਥੇ ਤਾਂ ਹਰ ਚੀਜ਼ ਰੈਗੂਲੇਟਡ ਆ, ਹਰ ਚੀਜ਼ ਕੰਟਰੋਲਡ ਹੈ। ਉੱਥੇ ਪਰਸੈਂਟੇਜ ਬਹੁਤ ਘੱਟ ਹੈ ਕਿਸਾਨਾਂ ਦੀ, 4% ਲੋਕ ਖੇਤੀ ਕਰਦੇ ਆ। ਪਰ ਦੇਖੋ ਉੱਥੇ ਉਹਨਾਂ ਕੋਲ ਡਿਫਰੈਂਟ ਚੀਜ਼ਾਂ ਨੇ। ਉੱਥੇ ਐਮਐਸਪੀ ਹਰ ਚੀਜ਼ ਦੀ ਹੈਗੀ ਹੈ, ਸਾਡੇ ਸਿਰਫ ਝੋਨੇ ਤੇ ਕਣਕ ਦੀ ਹੈਗੀ ਹੈ। ਜੇ ਹੈਗੀ ਹੈ ਦੂਜਿਆਂ ਤੇ ਤਾਂ ਉਹ ਲਾਗੂ ਨਹੀਂ ਹੈਗੀ। ਐਮਐਸਪੀ ਦੀ ਗੱਲ ਹੈ, ਕਿਸਾਨੀ ਨੂੰ ਉਹ ਲੋਕ ਤਰਜੀਹ ਦਿੰਦੇ ਨੇ ਜੀ ਜੀ ਜੀ, ਤੇ ਆਪਣਾ ਪ੍ਰੋਡਕਟ ਵਰਲਡ ਵਾਈਡ ਵੇਚਦੇ ਨੇ ਲਿਆ ਕੇ, ਆਪਣੀ 10 ਰੁਪਏ ਚੀਜ਼ ਪੈਦਾ ਕਰਕੇ, ਤੇ ਉਹ ਅੱਗੇ ਲੋਕਾਂ ਨੂੰ 100 ਰੁਪਏ ਦੀ ਵੇਚਦੇ ਨੇ। ਮਤਲਬ ਕਿਸਾਨਾਂ ਨੂੰ ਨੁਕਸਾਨ ਵੱਡਾ ਹੈ, ਜੇ ਚਾਹੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਵਾਲੀ ਵੀ ਗੱਲ ਹੋ ਜਵੇ ਤਾਂ ਵੀ ਉਹ ਬਹੁਤੇ ਫਾਇਦੇ ਵਾਲੀ ਗੱਲ ਨਹੀਂ ਹੈ। ਕਿਸੇ ਪੱਖ ਤੋਂ ਪ੍ਰਫੁੱਲਤ ਨਹੀਂ ਹੋ ਰਹੀ ਕਿ ਅਸੀਂ ਕਿ ਕਿਸਾਨੀ ਦਾ ਵਿਕਾਸ ਹੋ ਰਿਹਾ ਹੈਗਾ ਸਾਡੇ ਦੇਸ਼ ਦੇ ਵਿੱਚ, ਵੀ ਉਸ ਤਰ੍ਹਾਂ ਦੀ ਸਕੀਮਾਂ ਆ ਰਹੀਆਂ ਸਰਕਾਰ ਦੀਆਂ। ਸਰਕਾਰ ਲਈ ਜ਼ਰੂਰੀ ਤਾਂ ਇਹ ਹੈ ਵੀ ਇਹਨਾਂ ਦੀ ਜਿਹੜੀ ਫਸਲਾਂ ਦੀ ਇੰਸ਼ੋਰੈਂਸ ਹੋਵੇ ਜੀ, ਠੀਕ ਹੈ। ਤੁਹਾਡਾ ਡੈਰੀ ਪ੍ਰੋਡਕਟ ਹੈ ਜਿਹੜਾ, ਉਹਨੂੰ ਤੁਸੀਂ ਪ੍ਰਫੁੱਲਤ ਕਰੋ। ਤੁਹਾਡੀ GDP ਦਾ 48% ਕਿਸਾਨੀ ਹੈ ਸਾਡੇ ਦੇਸ਼ ਦੀ ਜੀ। ਸਾਨੂੰ ਇਹਨੂੰ ਪ੍ਰਫੁੱਲਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਅਸੀਂ ਐਕਸਪੋਰਟਸ ਬਹੁਤ ਥੋੜੇ ਹਾਂ, ਅਸੀਂ ਸਿਰਫ ਮਿਲਕ ਪ੍ਰੋਡਕਟਸ ਐਕਸਪੋਰਟ ਕਰ ਰਹੇ ਹੈਗੇ ਹਾਂ, ਸਬਜ਼ੀਆਂ ਕਰੀਏ ਅਸੀਂ ਤੇ ਹਰ ਚੀਜ਼ ਅਸੀਂ ਕਰੀਏ, ਫਲ ਕਰੀਏ, ਇਹ ਚੀਜ਼ਾਂ 'ਚ ਅਸੀਂ ਬਹੁਤ ਪਿੱਛੇ ਹੈਗੇ ਹਾਂ। ਕਿਸਾਨੀ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈਗੀ ਹੈ। ਪਰ ਇਸ ਵੇਲੇ ਤਾਂ ਸਵਾਲ ਇਹ ਪੈਦਾ ਹੋ ਗਿਆ ਨਾ ਕਿ ਹੁਣ ਪਿੱਛੇ ਜੇ ਮੈਂ ਪੜ੍ਹ ਰਿਹਾ ਸੀਗਾ, ਤੁਸੀਂ ਵੀ ਦੱਸਿਆ ਕਿ ਜਿਹੜੇ ਸਾਡੇ ਕੇਂਦਰੀ ਪੂਲ ਨੇ ਉਹਨਾਂ ਦੇ ਵਿੱਚ ਝੋਨਾ ਤੇ ਕਣਕ ਤਾਂ ਬਹੁਤ ਵੱਡੇ ਪੱਧਰ ਤੇ ਹੋਗੀ, ਉਹ ਸਰਪਲਸ ਨੇ। ਇਸੇ ਕਰਕੇ ਇਹ ਚੀਜ਼ਾਂ ਜਿਹੜੀ MSP ਦਾ ਵੀ ਹੁਣ ਰੌਲਾ ਪੈ ਰਿਹਾ ਕਿ MSP ਵੀ ਸ਼ਾਇਦ ਸਰਕਾਰ ਉਹ ਤੋਂ ਵੀ ਹੱਥ ਪਿੱਛੇ ਖਿੱਚ ਰਹੀ ਹੈ ਜਾਂ ਪ੍ਰਾਈਵੇਟ ਸੈਕਟਰ 'ਚ ਦੇ ਰਹੀ ਹੈ, ਕਿਉਂਕਿ ਇਸ ਸੈਕਟਰ 'ਚ ਵੱਧ ਪਰਸੈਂਟੇਜ ਦੇਣੀ ਪੈਂਦੀ ਹੈ। ਰਿਪੋਰਟ ਦੀ ਗੱਲ ਸੁਣਦੇ ਮੇਰੀ ਜ਼ਿੰਦਗੀ ਨਿਕਲ ਚੱਲੀ ਜੀ, ਠੀਕ ਹੈ ਨਾ, ਲਾਗੂ ਹੋਈ ਹੈ ਕਿਤੇ ਉਹ ਵੀ ਇਹ ਸਰਕਾਰ ਨੇ ਜਿਹੜੇ ਨੀਤੀਆਂ ਬਣਾਉਣੀਆਂ ਨੇ ਵੋਟ ਲੈਣ ਦੇ ਹਿਸਾਬ ਨਾਲ ਬਣਾਉਣੀਆਂ ਨੇ ਤੇ ਇਹ ਆਪਣੀ ਸੱਤਾ ਚ ਆਉਣ ਲਈ ਬਣਾਉਣੀਆਂ ਨੇ। 5 ਸਾਲ ਹਰ ਸਰਕਾਰ ਨੇ ਸਿਸਟਮ ਬਣਾ ਲਿਆ, 5 ਸਾਲ ਆਓ ਵੋਟਾਂ ਲਓ ਤੇ ਜਾਂ ਅਗਲੇ ਸਾਲ ਖੁਸ਼ ਕਰ ਦਿਓ। ਹੁਣ ਤਾਂ ਆਪਣੇ ਪੰਜਾਬ ਸਰਕਾਰ ਨੇ 12,000 ਕਰੋੜ ਐਕਸੈਸ ਲੈਣਾ, ਚਾਹੇ ਇਹ ਸੂਬੇ ਲਈ ਵਧੀਆ ਨਹੀਂ ਹੈਗਾ, ਇਹ ਇੱਕ ਚੰਗੀ ਚੀਜ਼ ਨਹੀਂ। ਅਸੀਂ ਮਤਲਬ 12,000 ਕਰੋੜ ਐਕਸੈਸ ਲੋਨ ਲੈ ਰਹੇ ਹਾਂ ਤੇ ਇਹਦਾ ਬੋਝ ਤਾਂ ਸਭ ਤੁਹਾਡੇ ਲੋਕਾਂ ਤੇ ਹੀ ਹੈ ਨਾ, ਸਾਰੇ ਲੋਕਾਂ ਤੇ ਹੀ ਹੈ ਨਾ, ਸਾਡੀ ਜਨਤਾ ਤੇ ਹੈ ਨਾ। ਅਬ ਵਾਪਸ ਤਾਂ ਕਰਨਾ ਹੀ ਹੋਏਗਾ ਨਾ ਜੇ ਬੋਰੋ ਲੈ ਰਹੇ ਹਾਂ। ਪਰ ਸਰਕਾਰ ਨੇ ਸੱਤਾ 'ਚ ਵਾਪਸ ਆਉਣਾ ਹੈ, ਉਹਦੇ ਲਈ ਹਰ ਤਰ੍ਹਾਂ ਦਾ ਹੱਥਕੰਡਾ ਇਹਨੂੰ ਪਰਵਾਉਣਾ ਪੈਣਾ। ਇਹ ਕਿਸਾਨਾਂ ਵਾਲਾ ਜਿਹੜਾ ਮੁੱਦਾ ਹੈਗਾ, ਇਹ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕਿਆ ਹੈ। ਪਰ ਹੁਣ ਕਿਸਾਨ ਯੂਨੀਅਨ ਨੇ ਕਹਿੰਦੇ ਕਿ ਅਸੀਂ ਲਾਗੂ ਨਹੀਂ ਹੋਣ ਦੇਣਾ, ਜਾਂ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਕਿ ਉਹਨਾਂ ਕੋਲ ਵੀ ਮੁੱਦਾ ਲੱਗ ਗਿਆ ਕਿ ਅਸੀਂ ਹੋਣ ਨਹੀਂ ਦੇਣਾ ਇਸ ਤਰ੍ਹਾਂ। ਦੇਖੋ ਇਹ ਹੁਣ ਇਹ ਜੇ ਐਕਸਟਰਾ ਲੋਨ ਲੈਣਾ ਤਾਂ ਉਹ ਵੀ ਸਰਕਾਰ ਲਈ ਜ਼ਰੂਰੀ ਹੈਗਾ। ਇਹ ਸਰਕਾਰ ਨੇ ਦੇਖਣਾ ਮੈਂ 18,000 ਕਰੋੜ ਨਾਲ ਸਾਰਨਾ, ਮੈਂ 30,000 ਕਰੋੜ ਲੈਣਾ ਹੈਗਾ। ਇਹ ਸਰਕਾਰ ਨੂੰ ਪਰ ਇਹਨਾਂ ਨੂੰ ਲੋਨ ਲੈਣਾ ਪੈਣਾ ਕਿ ਜੋ ਹਾਲਾਤ ਹੋ ਇਸ ਟਾਈਮ ਦੇ ਮਾਲੀ ਹਾਲਾਤ ਹੈਗੇ ਸੂਬੇ ਦੇ, ਆਰਥਿਕਤਾ ਜਿਸ ਤਰ੍ਹਾਂ ਡਿੱਗੀ ਹੈਗੀ ਹੈ ਤੇ ਅੱਗੇ ਡਿਵੈਲਪਮੈਂਟ ਨਹੀਂ ਹੋਣੀ ਸਰਕਾਰ, ਕਿਉਂਕਿ ਕੇਂਦਰ ਵੱਲੋਂ ਵੀ ਕੋਈ ਬਹੁਤ ਹੀ ਕਿਸੇ ਸੂਬੇ ਨੂੰ ਐਡੇ ਵੱਡੇ ਰਾਹਤ, ਕਿਉਂਕਿ ਉਹਨਾਂ ਕੋਲ ਵੀ ਜਿਹੜੇ ਪਹਿਲਾਂ ਕਿਸੇ ਕੋਲ ਕੁਝ ਨਹੀਂ ਹੈਗਾ ਜੀ। ਕੇਂਦਰ ਕੋਈ ਲੱਗ ਥੋੜੀ ਹੈ, ਇਸ ਦੇਸ਼ ਦੀ ਸਰਕਾਰ ਹੈ। ਆ GST ਤਾਂ ਉਹਨਾਂ ਦਾ ਵੀ ਘਟਿਆ ਹੀ ਹੈ, ਠੀਕ ਘਟਿਆ ਹੀ ਹੈ। ਪੰਜਾਬ ਦਾ ਹੁਣ ਦੇਖੋ ਇੱਕ ਤਰ੍ਹਾਂ ਦਾ ਅਸੀਂ ਅੱਜ ਵੀ ਮੈਂ ਬਿਆਨ ਸੁਣ ਰਿਹਾ ਸੀਗਾ ਜੀ ਆਪਣੇ ਬਾਜਵਾ ਸਾਹਿਬ ਦਾ ਵੀ, ਤੇ ਉਹ ਕਹਿੰਦੇ ਸੀ ਸਾਡਾ 4200 ਕਰੋੜ ਰੁਪਏ ਸਾਡਾ ਪਿਆ GST ਦਾ, ਹਾਂਜੀ ਬਕਾਇਆ, ਤੇ ਸਾਡੇ ਸਿਰਫ 26 ਲੱਖ ਕਰੋੜ ਦੀ ਕਲੈਕਸ਼ਨ ਸੀ
ਗਵਰਨਮੈਂਟ ਆਫ ਇੰਡੀਆ ਦੀ ਸਾਲ ਦੀ GST ਦੀ, ਤੇ ਉਹ ਆ ਪਿਛਲੇ ਮਹੀਨੇ ਸਾਰੀ 1 ਲੱਖ ਕਰੋੜ ਦੀ ਰਹਿ ਗਈ ਆ। ਕੁਝ ਵੀ ਨਹੀਂ ਬਚਿਆ ਮਤਲਬ ਸਾਲ ਦੀ, ਮਤਲਬ 26 ਲੱਖ ਕਰੋੜ ਸਾਲ ਦੀ ਆ, 1.5 ਲੱਖ ਕਰੋੜ ਦੀ ਸੀਗੀ, ਇੱਕ ਮਹੀਨੇ ਮਾਰਚ 'ਚ 1 ਲੱਖ ਕਰੋੜ ਦੀ ਹੋਈ ਆ। ਉਸ ਤੋਂ ਅੱਗੇ ਆਪਣੇ 40,000 ਕਰੋੜ ਦੀ, ਉਸ ਤੋਂ ਅਗਲੇ ਮਹੀਨੇ ਆ ਕੇ 10,000 ਕਰੋੜ ਦੀ ਰਹੇਗੀ। ਤੇ ਜਿਹਨਾਂ ਚੀਜ਼ਾਂ ਨਾਲ ਸਰਕਾਰ ਚੱਲਦੀਆਂ ਨੇ, ਰੈਵਨਿਊ ਸਰਕਾਰ ਦੀ ਇਨਕਮ ਵਧੀ ਹੈ, ਘਟੀ ਹੈ ਬਹੁਤ। ਮਤਲਬ ਇਨ ਐਵਨਿਊ ਜਿਹੜੀ ਆਪਣੀ GST ਹੈਗੀ ਆ, ਉਹ GST ਤੇ ਡੀਜ਼ਲ ਪੈਟਰੋਲ ਸਭ ਤੋਂ ਮੁੱਖ ਸਰੋਤ ਆ ਸਾਡੇ ਦੇਸ਼ ਦੀ ਸਰਕਾਰਾਂ ਦਾ ਇਨਕਮ ਦਾ ਜੀ, ਤੇ ਉਹੀ ਘਟ ਗਿਆ ਹੈ ਤਾਂ ਸਾਰਾ ਮਤਲਬ ਸਿਸਟਮ ਕਲੈਪਸ ਹੋ ਗਿਆ। ਕੋਈ ਪਲੈਨਿੰਗ ਜੇ ਕੇਂਦਰ ਸਰਕਾਰ ਦੀ ਕਹੀਏ ਬਹੁਤ ਵਧੀਆ। ਅੱਜ ਮੈਂ ਸੁਣਦਾ ਪਿਆ ਸੀ ਸਾਰੇ ਗੋਗੇ ਗਾ ਰਹੇ ਨੇ, 1 ਸਾਲ ਹੋ ਗਿਆ ਮੋਦੀ ਸਾਹਿਬ ਨੂੰ ਦੁਬਾਰਾ ਸਰਕਾਰ, 26 ਮਈ ਨੂੰ ਸਰਕਾਰ ਬਣੀ ਸੀ, 1 ਸਾਲ ਤੋਂ ਉੱਪਰ ਹੋ ਗਿਆ। ਹੁਣ ਅਸੀਂ ਦੇਸ਼ ਲਈ ਆਹ ਕੀਤਾ, ਅਸੀਂ ਦੇਸ਼ ਲਈ ਆਹ ਕੀਤਾ ਹੈਗਾ, ਤੇ ਹੁਣ ਤੁਸੀਂ ਦੇਸ਼ ਦੇ ਹਾਲਾਤ ਦੇਖ ਰਹੇ, ਲੋਕੀ ਭੁੱਖੇ ਮਰ ਗਏ। ਪਰ ਕਰੋਨਾ ਤੇ ਸੁੱਟਤਾ ਨਾ ਸਾਰਾ ਕੁਝ ਰਾਜਨੀਤੀ। ਹਾਂ ਦੇਖੋ, ਸਰਕਾਰ ਲਈ ਬਹੁਤ ਵਧੀਆ ਓਪਰਚੁਨਿਟੀ ਮੌਕਾ ਸੀ, ਹਰ ਚੀਜ਼ ਕਰੋਨਾ ਉੱਪਰ ਪਾ ਦਿਓ, ਤੁਹਾਡੀ ਕਾਰਗੁਜ਼ਾਰੀਆਂ ਮਾੜੀਆਂ ਨੇ ਇਹਨਾਂ ਉੱਪਰ ਪਾ ਦਿਓ, ਕਰੋਨਾ ਉੱਪਰ ਪਾ ਦਿਓ। ਦੇਖੋ ਲੋਕਾਂ ਨੇ ਐਕਸੈਪਟ ਵੀ ਕਰ ਲੈਣੀ ਹੈ, ਜੋ ਮੈਨੂੰ ਲੱਗਦਾ ਪਿਆ ਲੋਕਾਂ ਕਰੋਨਾ ਕਰਕੇ ਹੋਇਆ। ਇੰਟੈਲੈਕਚੁਅਲ ਲੈਵਲ ਲੋਕਾਂ ਦਾ ਹੈ ਹੀ ਨਹੀਂ, ਵੋਟ ਬੈਂਕ ਆ ਉਹਦੇ ਕੋਲ ਇਸ ਲੈਵਲ ਦਾ ਇੰਟੈਲੈਕਚੁਅਲ ਲੈਵਲ ਹੈ ਹੀ ਨਹੀਂ ਹੈ ਵੀ ਉਹ ਸੋਚ ਸਕੇ ਸਹੀ ਕੀ ਗਲਤ ਕੀ ਹੈਗਾ। ਤੇ ਇਸ ਲਈ ਸਰਕਾਰਾਂ ਬਣਾਉਣੀਆਂ ਅਖੀਰਲਾ ਸਾਰੇ ਮੰਨਦੀਆਂ, ਸਾਡੇ ਦੇਸ਼ ਦੇ ਵੀ ਮੰਨਿਆ ਜਾਂਦਾ ਜੀ, ਤੇ ਉਹੀ ਹਿਸਾਬ ਨਾਲ ਪਲੈਨਿੰਗ ਹੋ ਰਹੀ ਹੈ। ਲਾਸਟ ਸਵਾਲ ਹੈ ਕਿ ਕਿਸਾਨਾਂ ਦੇ ਪੱਖ ਦੇ ਵਿੱਚ ਕੀ ਹੈ, ਜੋ ਹੁਣ ਮੁਫਤ ਬਿਜਲੀ ਵਾਲਾ ਚੱਲ ਰਿਹਾ ਸਿਸਟਮ, ਜਾਂ ਫਿਰ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਵਾਲਾ ਵੀ ਹੋ ਸਕਦਾ ਹੈ? ਦੇਖੋ, ਡਾਇਰੈਕਟ ਬੈਨੀਫਿਟ ਜਿਹੜਾ ਟ੍ਰਾਂਸਫਰ ਹੈਗਾ, DBT ਸਕੀਮ ਹੈਗੀ ਆ, ਕਿਸਾਨਾਂ ਦੇ ਪੱਖ 'ਚ ਉਹਦਾ ਪ੍ਰੋਬਲਮ ਕਿਸਾਨਾਂ ਨੂੰ ਇਹ ਹੈ ਨਾ, ਪਹਿਲਾਂ ਆਪਾਂ ਨੂੰ ਜੇਬ 'ਚ ਪੈਸਾ ਦੇਣਾ ਪਊਗਾ, ਫਿਰ ਉਹਨੂੰ ਵਾਪਸ ਆਊਗਾ। ਕਿਉਂ ਦੇਣਗੇ ਜੀ? ਉਹ ਨਹੀਂ ਦੇਣਗੇ। ਉਹਨਾਂ ਨੂੰ ਜਿਸ ਤਰ੍ਹਾਂ ਦੀ ਆਦਤ ਪਈ ਹੋਈ ਹੈ, ਜਿਸ ਤਰ੍ਹਾਂ ਦਾ ਹੁਣ ਤਾਂ ਸੁਵਿਧਾ ਮਿਲ ਰਹੀ ਹੈ, ਉਹ ਕਿਉਂ ਉਹਨੂੰ ਹਿੱਲਣ ਦੇਣਗੇ? ਤੇ ਹੁਣ ਅਸੀਂ ਸਬਸਿਡੀਆਂ ਦੇਖ ਲਿਆ, ਸਿਲੰਡਰ ਦੇ ਵਿੱਚ ਕੀ ਹੋਇਆ ਹੈਗਾ, ਤੇ ਇਹ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰਨਾ ਪੈਣਾ। ਪਹਿਲਾਂ ਭਵਿੱਖ ਦੇਖਣਾ ਪੈਣਾ। ਜੋ ਕਿਸਾਨ ਯੂਨੀਅਨ ਸੋਚਦੀਆਂ ਪਈਆਂ, ਉਹਨੂੰ ਇਹੀ ਖਦਸ਼ਾ ਵੀ ਅੱਗੇ ਕਿਤੇ ਜਾ ਕੇ ਬੰਦ ਨਾ ਹੋ ਜੇ ਇੱਕਦਮ। ਤੇ ਮੈਨੂੰ ਲੱਗਦਾ ਇਹ ਵਿਰੋਧ ਇਸੇ ਤਰ੍ਹਾਂ ਜਿਹੜੀ ਤਕਰਾਰ ਆਪਸ ਸਰਕਾਰ ਦੀ ਕਿਸੇ ਨਾਲ ਵਧੇਗੀ, ਮੈਨੂੰ ਲੱਗਦਾ। ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਫਿਲਹਾਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜਿਹੜੀ ਮੁਫਤ ਬਿਜਲੀ ਆ ਕਿਸਾਨਾਂ ਨੂੰ ਜਾਰੀ ਰਹੇਗੀ। ਵਿਰੋਧੀ ਪਾਰਟੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ, ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਕੁਝ ਇਸ ਸਕੀਮ ਦੇ ਵਿੱਚ, ਮੁਫਤ ਬਿਜਲੀ ਵਾਲੀ ਸਕੀਮ ਦੇ ਵਿੱਚ ਜਾਂ DBT ਵਾਲੀ ਸਕੀਮ ਦੇ ਵਿੱਚ ਕੀ ਕੁਝ ਬਦਲਾਅ ਆਉਂਦਾ ਹੈ, ਕੀ ਕੇਂਦਰ ਦੇ ਵੱਲੋਂ ਬੋਰੋ ਦੀ ਲਿਮਟ ਜਿਹੜੀ ਉਹ ਵਧਾਈ ਜਾਂਦੀ ਹੈ ਜਾਂ ਉਸੇ ਤਰ੍ਹਾਂ ਰਹਿੰਦੀ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ